अस्सलाम वालेकुम दोस्तों, मेरा नाम मोहम्मद शुएब ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਵਨ ਲਾਈਫ ਵਿਦ ਸ਼ੁਏਬ। ਮੈਂ ਤੇ ਮੇਰੀ ਵਾਈਫ ਤੇ ਇਹ ਸਾਡੀ ਗੱਡੀ, ਅਸੀਂ ਜਾ ਰਹੇ ਹਾਂ 1000 ਕਿਲੋਮੀਟਰ ਗੱਡੀ ਤੇ ਸਫ਼ਰ ਕਰਕੇ ਮੇਰੇ ਸਹੁਰੇ ਪਿੰਡ, ਯਾਨੀ ਕਿ ਬੀਵੀ ਇਹਨੂੰ ਆਪਣੇ ਇਹਦੇ ਪੇਕੇ ਲੈ ਕੇ ਜਾ ਰਹੇ ਹਾਂ। ਤੇ ਜਾਪਾਨ 'ਚ 8 ਸਾਲਾਂ ਦੇ ਵਿੱਚ ਇਹ ਦੂਸਰੀ ਦਫਾ ਮੈਂ ਜਾ ਰਿਹਾ ਆਪਣੀ ਵਾਈਫ ਨੂੰ ਪੇਕੇ ਲੈ ਕੇ। ਯਾਨੀ ਕਿ ਮੇਰੇ ਸਹੁਰੇ ਜਿਹੜੇ ਨੇ ਉਹ ਬਹੁਤ ਦੂਰ ਰਹਿੰਦੇ ਨੇ, ਜਿਸ ਤਰ੍ਹਾਂ ਕਿ ਲਾਹੌਰ ਤੋਂ ਕਰਾਚੀ ਦੂਰ ਹੈ ਨਾ, ਇੰਨਾ ਸਫ਼ਰ ਹੈ। ਤੇ ਅਸੀਂ ਰਸਤੇ ਵਿੱਚ ਇੱਕ ਦਿਨ ਕਿਸੇ ਸ਼ਹਿਰ 'ਚ ਰੁਕਾਂਗੇ ਔਰ ਉਸ ਤੋਂ ਬਾਅਦ ਫਿਰ ਆਪਣੇ ਸਫ਼ਰ ਦਾ ਆਗਾਜ਼ ਕਰਾਂਗੇ ਅੱਗੋਂ। ਯਾਨੀ ਕਿ 500 ਕਿਲੋਮੀਟਰ ਇੱਕ ਦਿਨ 'ਚ ਕਰਾਂਗੇ, ਇੱਕ ਰਾਤ ਇੱਕ ਜਗ੍ਹਾ ਤੇ ਰੁਕਾਂਗੇ, ਫਿਰ ਅਗਲਾ 500 ਕਿਲੋਮੀਟਰ ਇੱਕ ਹੋਰ ਜਗ੍ਹਾ ਤੇ ਕਰਾਂਗੇ ਤੇ ਫਿਰ ਆਪਣੇ ਮੰਜ਼ਿਲ ਤੇ ਪਹੁੰਚਾਂਗੇ। ਤੇ ਹੁਣ ਪਹਿਲੀ ਦਫਾ ਇੰਨਾ ਲੰਬਾ ਸਫ਼ਰ ਹੈ ਮੇਰਾ ਜ਼ਿੰਦਗੀ ਦਾ ਨਾ। ਮੌਸਮ ਬਹੁਤ ਖੂਬਸੂਰਤ ਹੈ ਇੱਥੇ, ਤੇ ਬਾਰਿਸ਼ ਹੋ ਰਹੀ ਸੀ ਜਦੋਂ ਅਸੀਂ ਘਰੋਂ ਨਿਕਲਿਆ ਨਾ, ਉਦੋਂ ਮੈਂ ਵੀਡੀਓ ਬਣਾ ਨਹੀਂ ਪਾਇਆ। ਤੇ ਹੁਣ ਅਸੀਂ ਜਦੋਂ ਇੱਕ ਜਗ੍ਹਾ ਤੇ ਇਸ ਜਗ੍ਹਾ ਤੇ ਆਏ ਹਾਂ, ਬਾਰਿਸ਼ ਰੁਕ ਗਈ ਹੈ, ਬੜਾ ਅੱਛਾ ਮੌਸਮ ਹੋ ਗਿਆ, ਖੁੱਲ ਗਿਆ। ਤੇ ਮੈਂ ਕਿਹਾ ਇੱਥੋਂ ਵੀਡੀਓ ਦਾ ਆਗਾਜ਼ ਕਰਨੇ ਆ, ਨਾਲ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਦਿਖਾਣਾ ਵਾ ਕਿ ਕੀ ਅਸੀਂ ਨਿਜ਼ਾਮ ਸਿੱਧਾ ਪੱਧਰਾ ਕੀਤਾ, ਅਸੀਂ ਕਿਵੇਂ ਅਸੀਂ ਜਾ ਰਹੇ ਹਾਂ। ਅੱਛਾ ਜੀ, ਇਹ ਸਾਡਾ ਜਿਹੜਾ ਸਾਰਾ ਆ ਗਿਆ ਸਮਾਨ, ਟੋਟਲ ਜੋ ਜੁੱਲੇ ਬਿਸਤਰੇ ਸਭ ਅਸੀਂ ਬੁੱਕ ਕਰ ਦਿੱਤੇ ਨੇ ਵਿੱਚ। ਅਗਰ ਕੋਈ ਬੰਦਾ ਥੱਕ ਜਾਏ, ਰਸਤੇ 'ਚ ਕਿਸੇ ਨੂੰ ਨੀਂਦਰ ਆ ਜਾਂਦੀ ਹੈ, ਇਹ ਜਨਾਬ ਅਸੀਂ ਲਾ ਦਿੱਤਾ ਬੈੱਡ, ਇਹ ਸਰਾਣੇ ਦੇ ਚਲੇ ਹਵਾ ਭਰਨੀ। ਇਹਦੇ ਵਿੱਚ ਆਰਾਮ ਨਾਲ ਬੰਦਾ ਕੋਈ ਲੇਟ ਸਕਦਾ, ਬੜੇ ਆਰਾਮ ਨਾਲ ਪੂਰੀ ਨੀਂਦਰ ਪੂਰੀ ਕਰ ਸਕਦਾ। ਇਹ ਆਟੋਮੈਟਿਕ ਸਿਸਟਮ, ਇਹਦੇ ਤੇ ਮੈਂ ਵੀਡੀਓ ਵੀ ਬਣਾਈ ਸੀ। ਇਹ ਬੈੱਡ ਲਿਆ, ਇਹਦੇ ਵਿੱਚ ਨਾ ਇਹ ਬਟਨ ਨੂੰ ਪੋਇਆ ਪਈ ਹਵਾ ਭਰ ਵੀ ਦਿੰਦਾ ਤੇ ਹਵਾ ਕੱਢ ਵੀ ਦਿੰਦਾ, ਮੋਟਰ ਲੱਗੀ ਇਹਦੇ ਵਿੱਚ ਹੀ ਨਾ। ਤੇ ਇਹ ਜਨਾਬ ਮੇਰੀ ਸੱਸ ਨੇ, ਉਹਨੇ ਕਿਹਾ ਐਡਾ ਲੰਬਾ ਸਫ਼ਰ ਕਰਨਾ ਹੈ ਤੇ ਤੁਹਾਡੇ ਵਾਸਤੇ ਇਹ ਰਬੜ ਭੇਜਣੀ ਹੈ। ਇੱਕ ਉਹਨੇ ਮੇਰੇ ਵਾਸਤੇ ਭੇਜਿਆ, ਇੱਕ ਮੇਰੀ ਬੀਵੀ ਵਾਸਤੇ, 2 ਭੇਜੇ ਸਨ ਤੇ ਇਹ ਵੀ ਮੈਂ ਰੱਖ ਲਿਆ। ਅੱਛਾ, ਤੇ ਹੁਣ ਅਸੀਂ ਲੋਕੇਸ਼ਨ ਲਾਈਏ ਇੱਕ ਪਾਕਿਸਤਾਨੀ ਰੈਸਟੋਰੈਂਟ ਹੈ। ਮੇਰੀ ਕੋਸ਼ਿਸ਼ ਹੈ ਵੇ ਕਿ ਰਸਤੇ ਵਿੱਚ ਜਿਹੜਾ ਵੀ ਕੋਈ ਅੱਛਾ ਪਾਕਿਸਤਾਨੀ ਰੈਸਟੋਰੈਂਟ ਹੈ, ਅਸੀਂ ਉੱਥੇ ਲੰਚ ਕਰੀਏ ਨਾ, ਉੱਥੇ ਡਿਨਰ ਕਰੀਏ, ਯਾਨੀ ਕਿ ਖਾਣਾ ਖਾਂਦੇ ਜਾਈਏ। ਤੇ ਹਾਈਵੇ ਅਸੀਂ ਯੂਜ਼ ਨਹੀਂ ਕਰ ਰਹੇ ਫਿਲਹਾਲ ਨਾ। ਅਗਰ ਥੱਕ ਗਏ ਜਾਂ ਟਾਈਮ ਦਾ ਥੋੜ੍ਹਾ ਹੋਇਆ, ਟਾਈਮ ਘੱਟ ਹੋਇਆ, ਤੇ ਫਿਰ ਹਾਈਵੇ 'ਤੇ ਚੜਾਂਗੇ, ਕਿਉਂਕਿ ਅਸੀਂ ਥੱਲੋਂ ਇੰਜੋਏ ਕਰਦੇ ਜਾਣਾ ਚਾਹੁੰਦੇ ਹਾਂ ਨਾ। ਯਾਨੀ ਕਿ ਜੈਪਨੀਜ਼ ਲੈਂਗੁਏਜ ਨੂੰ ਕਹਿੰਦੇ ਨੇ ਸ਼ਤਾਮਿਚੀ, ਮਤਲਬ ਥੱਲੇ ਵਾਲਾ ਰੋਡ ਜਿਹੜਾ ਨਾ, ਤੇ ਹਾਈਵੇ ਜਿਹੜਾ ਕਿ ਮੇਨ ਹੁੰਦਾ ਉਹ। ਤੇ ਅੱਲਾ ਖੈਰ ਕਰੇ, ਹੁਣ ਵੇਖਦੇ ਹਾਂ। ਸਫ਼ਰ ਦਾ ਆਗਾਜ਼ ਬਕਾਇਦਾ ਹੋ ਚੁੱਕਿਆ ਤੇ ਹੁਣ ਅਸੀਂ ਰੈਸਟੋਰੈਂਟ ਦੀ ਲੋਕੇਸ਼ਨ ਲਾਈਏ। ਇੱਥੋਂ ਤਕਰੀਬਨ ਨਾ 2 ਘੰਟੇ ਅਸੀਂ ਥੱਲੋਂ ਜਾਵਾਂਗੇ ਔਰ 2 ਘੰਟੇ ਹਾਈਵੇ ਫੜ ਲਾਂਗੇ, ਕਿਉਂਕਿ ਅਗਰ ਅਸੀਂ ਲੇਟ ਹੋ ਗਏ ਤਾਂ ਰੈਸਟੋਰੈਂਟ ਹੋ ਜਾਏਗਾ ਬੰਦ। ਇਸ ਵਜ੍ਹਾ ਤੋਂ ਹੁਣ 2 ਘੰਟੇ ਹਾਈਵੇ ਫੜ ਕੇ ਰੈਸਟੋਰੈਂਟ ਤੇ ਪਹੁੰਚਾਂਗੇ, ਉਹਦੇ ਬੰਦ ਹੋਣ ਤੋਂ 1 ਘੰਟਾ ਪਹਿਲੇ, ਤੇ ਉੱਥੇ ਅਸੀਂ ਲੰਚ ਕਰਾਂਗੇ। ਫਿਰ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹ ਪਾਕਿਸਤਾਨੀ ਰੈਸਟੋਰੈਂਟ ਬੜਾ ਮਸ਼ਹੂਰ ਹੈ, ਉੱਥੇ ਜਾ ਕੇ ਵੇਖਦੇ ਹਾਂ। ਇੱਥੇ ਜਾਪਾਨ 'ਚ ਜਦੋਂ ਵੀ ਅਸੀਂ ਕਿਧਰੇ ਜਾਂਦੇ ਹਾਂ ਨਾ, ਦੂਸਰੇ ਸ਼ਹਿਰ, ਤੇ ਆਪਣੇ ਸ਼ਹਿਰ ਤੋਂ ਜਾਂ ਰਸਤੇ ਦੇ ਵਿੱਚੋਂ ਕੁਝ ਨਾ ਕੁਝ ਸਾਨੂੰ ਲੈ ਕੇ ਜਾਣਾ ਪੈਂਦਾ ਉਹਨਾਂ ਵਾਸਤੇ ਨਾ। ਇਹਨੂੰ ਕਹਿੰਦੇ ਨੇ ਜਾਪਾਨੀ ਜ਼ੁਬਾਨ 'ਚ ਓਮੀ ਆਗੇ, ਮਤਲਬ ਹੈ ਕਿ ਪ੍ਰੈਜ਼ੈਂਟ। ਤੇ ਇਹ ਹੁਣ ਜਿਹੜਾ ਨਾ ਕੁੜੀ ਮੇਰੀ ਵੇਖਣ ਡਈ ਹੈ, ਜਿਹਨੂੰ ਇਹਨੇ ਮਿਲਣਾ ਹੈ, ਜਿਹੜੀਆਂ ਸਹੇਲੀਆਂ ਨੂੰ ਇਹਨੇ ਮਿਲਣਾ, ਸਾਰਿਆਂ ਵਾਸਤੇ ਇਹਨੇ ਓਮੀ ਆਗੇ ਖਰੀਦਨੇ ਨੇ। ਅੱਛਾ, ਓਮੀ ਆਗੇ ਦੇ ਵਿੱਚ ਇਹ ਹੁੰਦਾ ਕਿ ਜਿਸ ਤਰ੍ਹਾਂ ਹੁਣ ਇਹ ਵੇ ਨਾ, ਇੱਕ ਇਹ ਗਿਫਟ ਬਣਾ ਕੇ ਇਹਨੂੰ ਤਿਆਰ ਕੀਤੇ ਹੈ, ਤੇ ਇਹਦੇ ਵਿੱਚ ਕੀ ਹੈ, ਇਸ ਤਰ੍ਹਾਂ ਇੱਕ ਇਹਨਾਂ ਨੇ ਨਾ ਸੈਂਪਲ ਸ਼ੀਸ਼ੇ ਦੇ ਵਿੱਚ ਸਜਾ ਕੇ ਰੱਖਿਆ ਹੈ ਕਿ ਪਤਾ ਲੱਗੇ ਕਿ ਵਿੱਚ ਕੀ ਹੈ। ਇਹ ਬਿਸਕੁਟ ਨੇ, ਜੋ ਵੀ, ਉਹਦੀ ਸ਼ਕਲ ਕਿਸ ਤਰ੍ਹਾਂ, ਵੇਖਣ 'ਚ ਕਿਸ ਤਰ੍ਹਾਂ ਲੱਗਦਾ, ਔਰ ਹਰ ਚੀਜ਼ ਦਾ ਡਿਜ਼ਾਈਨ ਵੱਖਰਾ ਹੋਏਗਾ। ਜਿਸ ਤਰ੍ਹਾਂ ਗਿਆ ਨਾ, ਇਹ ਕੁਝ ਇੱਕ ਜੋ ਵੀ ਮੈਨੂੰ ਤਾਂ ਪਤਾ ਕੋਈ ਨਹੀਂ, ਕੇਕ ਹੈ ਕੋਈ ਕੀ ਹੈ, ਇਹ ਇਹਨਾਂ ਨੇ ਦੱਸਿਆ ਕਿ ਕੇਕ ਇਸ ਤਰ੍ਹਾਂ ਦਾ ਹੋਏਗਾ, ਠੀਕ ਹੈ। ਇਹ ਮੈਨੂੰ ਪਸੰਦ ਆਏ ਨੇ, ਇਹ ਬਿਸਕੁਟ ਨੇ, ਇਹ ਦੇਖੋ ਨਾ, ਇਹ ਬੜਾ ਪਿਆਰਾ ਜਿਹਾ, ਲਾਈਟ ਵੇਟ ਜਿਹੇ ਹੁੰਦੇ ਨੇ, ਲੇਕਿਨ ਬਹੁਤ ਅੱਛੇ ਤਰੀਕੇ ਨਾਲ ਪੈਕ ਹੁੰਦੇ ਨੇ ਨਾ। ਤੇ ਇਹਦੇ ਅੰਦਰ ਇਸ ਤਰ੍ਹਾਂ 3 ਕਿਸਮ ਦੇ ਬਿਸਕਿਟਸ ਹੋਣਗੇ। ਇਹ ਕੋਈ ਇਹਨਾਂ ਦਾ ਰਾਈਸ ਕੇਕ ਹੈ। ਇਸ ਤਰ੍ਹਾਂ ਨਹੀਂ, ਯਾਨੀ ਕਿ ਸਾਰੀਆਂ ਚੀਜ਼ਾਂ ਨੇ, ਅਸੀਂ ਕੋਈ ਵਿੱਚ ਇੱਕ ਦੀ ਚੀਜ਼ ਡਿਸਾਈਡ ਕਰਾਂਗੇ ਤੇ ਫਿਰ ਅਸੀਂ ਲਵਾਂਗੇ ਸਭ ਵਾਸਤੇ, ਜਿਨ੍ਹਾਂ ਨੂੰ ਅਸੀਂ ਮਿਲਣਾ ਹੈ। ਲੋਕੀ ਕਹਿੰਦੇ ਨੇ ਤੇਰੀ ਬੁੱਢੀ ਜਿਹੜੀ ਹੱਸਦੀ ਕੋਈ ਨਹੀਂ, ਇਹ ਇੰਝ ਹੀ ਰਹਿੰਦੀ ਹੈ ਸੀਰੀਅਸ ਜਦੋਂ ਇਹ ਲੋਕਾਂ ਦੇ ਸਾਹਮਣੇ ਹੁੰਦੀ ਹੈ। ਮੈਂ ਵੀ ਇਸੇ ਤਰ੍ਹਾਂ ਹੀ ਇਕੱਲਾ ਹੋਵਾਂ ਤੇ ਇੰਝ ਹੀ ਹੁੰਨਾ। ਇਹ ਤੇ ਵੀਡੀਓ ਦੇ ਵਿੱਚ ਮੈਂ ਜ਼ਰਾ ਜ਼ਿਆਦਾ ਉਹ ਥੋੜ੍ਹਾ ਜਿਹਾ ਕਰਨਾ ਪੈਂਦਾ, ਅਦਰਵਾਈਜ਼ ਮੈਂ ਇਕੱਲਾ ਹੋਵਾਂ ਤੇ ਮੈਂ ਇੰਝ ਸੀਰੀਅਸ ਫਿਰਦਾ ਰਹਿੰਦਾ। ਲੇਕਿਨ ਇਹ ਹੱਸਦੀ ਹੈ ਮੇਰੇ ਨਾਲ, ਬਹੁਤ ਜ਼ਿਆਦਾ ਹੱਸਦੀ ਹੈ, ਤੇ ਇਹੀ ਕਾਫੀ ਹੈ। ਮੇਰੇ ਨਾਲ ਹੱਸੇ, ਮੇਰੇ ਨਾਲ ਰੋਵੇ, ਇਹ ਚਾਹੁੰਦੇ ਨਾ ਹਰ ਬੰਦੇ। ਜ਼ਰੂਰੀ ਨਹੀਂ ਕਿ ਹਰ ਗੱਲ 'ਚ ਬੰਦਾ ਹੀਚਿਚ ਕਰੇ। ਹੁਣ ਅਸੀਂ ਆਪਣੀ ਮਰਜ਼ੀ ਦੇ ਨਾਲ ਪਸੰਦ ਕਰਕੇ ਚੀਜ਼ਾਂ ਲਵਾਂਗੇ, ਖੁਸ਼ ਹੋਵਾਂਗੇ, ਹੱਸਾਂਗੇ, ਖੇਡਾਂਗੇ, ਗੱਡੀ ਵਿੱਚ ਗੱਪਾਂ ਸ਼ੱਪਾਂ ਲਾਵਾਂਗੇ। ਨਾਲੇ ਇਸ ਟਾਈਮ ਇਟਸ ਵੈਰੀ ਸੀਰੀਅਸ ਇਸ਼ੂ, ਵੀ ਹੈਵ ਟੂ ਬਾਏ ਓਮੀਆਗੇ ਫॉर एवरीवन
हैं? ਓ ਇਹ ਵੇਖੋ ਨਵਾਂ ਡਿਜ਼ਾਈਨ, ਇਹਨੂੰ ਇੰਝ ਕਰੋ ਤੇ ਇਹ ਬਾਹਰ ਆ ਜਾਏਗੀ ਕੁੱਕੀ ਨਾ, ਉਹਨਾਂ ਨੇ ਦੱਸਿਆ ਇਹ ਬੱਚਿਆਂ ਵਾਸਤੇ ਨਾ, ਕਦੋਂ ਇਟਸ ਫॉर ਕਿਡਸ। ਤੇ ਇਹ ਪਸੰਦ ਆਈ ਏ, ਇਹ ਪਸੰਦ ਆਈ ਏ, ਤੈਨੂੰ ਪਸੰਦ ਆਈ ਏ? ਪੁਰੀਨ ਜਨਾਈ ਕਿਹੜੀ ਉਹ ਤੇ ਮੋਈ ਚੱਲ ਲੈ ਵਿੱਚੋਂ ਕੰਮ ਮੁਕਾ ਕੇ, ਸ਼ੁਕਰ ਇਹਨੂੰ ਸਮਝ ਕੋਈ ਨਹੀਂ ਆਂਦੀ, ਨੇ ਤੈਨੂੰ ਗੁੱਸਾ ਕਰ ਜਾਣਾ। ਮੈਂ ਆਪਣੀ ਭੜਾਸ ਕੱਢ ਲੈਣਾ ਪੰਜਾਬੀ ਬੋਲ ਕੇ। ਲੈ ਵੀ ਵਿੱਚੋਂ ਕੰਮ ਵੀ ਮੁਕਾ, ਪੂਰੀਆਂ ਕਰ ਚੀਜ਼ਾਂ ਤੋਂ ਨਿਕਲੀਏ, ਬੜਾ ਲੰਬਾ ਸਫ਼ਰ ਹੈ। ਇਹ ਤਾਂ ਸਿਰਫ 300 ਕਿਲੋਮੀਟਰ ਹੋਇਆ ਸਾਡਾ, ਹੋਰ 50 ਕਿਲੋਮੀਟਰ ਤੇ ਰੈਸਟੋਰੈਂਟ ਇੱਕ, ਉੱਥੇ ਖਾਣਾ ਖਾਵਾਂਗੇ ਤੇ ਫਿਰ ਅੱਗੋਂ ਨਿਕਲ ਜਾਵਾਂਗੇ। ਲੋ ਦੋਸਤੋ, ਸ਼ਾਪਿੰਗ ਕਰ ਲਈਏ ਅਸੀਂ, ਚਲੋ ਇਹ ਵੀ ਕੰਮ ਮੁੱਕਿਆ। ਬਾਕੀ ਹੁਣ ਚੱਲਨੇ ਆ ਅਸੀਂ ਅਗਲੀ ਮੰਜ਼ਿਲ ਤੇ। ਅੱਛਾ, ਇੱਥੇ ਨਾ ਗਿਫਟਸ ਦੇ ਨਾਲ, ਹਰ ਗਿਫਟ ਦੇ ਨਾਲ ਅਲੱਗਾ ਸ਼ਾਪਰ ਦਿੰਦੇ ਨੇ, ਅਲੱਗਾ ਲੈਣ ਵਾਸਤੇ। ਯਾਨੀ ਕਿ ਹੁਣ ਅਸੀਂ 4 ਗਿਫਟ ਲਏ ਨੇ ਨਾ, ਤੇ 4 ਗਿਫਟਸ ਦੇ ਉਹਨਾਂ ਨੇ 4 ਸ਼ਾਪਰ ਅਲੱਗਾ ਦਿੱਤੇ ਨੇ, ਤਾਂ ਕਿ ਜਦੋਂ ਹਰ ਬੰਦੇ ਨੂੰ ਦਈਏ ਤੇ ਅਲੱਗਾ ਸ਼ਾਪਰ ਚ ਪਾ ਕੇ ਦਈਏ। ਇਹਨਾਂ ਚੀਜ਼ਾਂ ਦਾ ਖਿਆਲ ਰੱਖਿਆ ਜਾਂਦਾ ਹੈ। ਇਹ ਪਾਕਿਸਤਾਨੀ रेस्टोरेंट है। ये आपने एक्स्ट्रा वो मटन कढ़ाई पीछे रह जानी है मेरी, मटन कढ़ाई रह जाएगी फिर। नहीं वो टेक आउट दे देंगे आपको, थोड़ी खाइएगा आपको टेक आउट दे देंगे। खुशबू आ रही है इनो तबियत मीते कोरेवा केबाब, कोरेवा हुंतोनो केबाब, मैंगो लस्सी तो इशू नहीं। ओ बल्ले बल्ले, बिरयानी आ गई भाई, वाह। राजी हो गया खाने वेख के, पता लग गया खाने वेख के कि खाने मजे दे ने। ओए होए थैंक यू सो मच। ये आ गया जी नान, ये आ गया मटन कढ़ाई, चेक करो कमाल। हाँ जी बेगम जी, ओइशी देश का आ रहा है मजा, मज़ेदार मज़ेदार। आनो कोरेवा चुत्तो दा क्या तमीदे मटन दा कोरे मसाला दा करा, मीट मसाला चेक कर दो। ओके ओके, ਇਹਨੂੰ ਮਟਨ ਨਹੀਂ ਪਸੰਦ। ਇਹ ਮਿਸਬਾ ਭਾਈ ਨੇ, ਇਹਨਾਂ ਦੇ ਰੈਸਟੋਰੈਂਟ ਹੈ ਅਲਬਾਰਾਕਾ, ਜਾਪਾਨ ਦਾ ਇੱਕ ਸਿਟੀ ਹੈ ਤੋਯਾਮਾ। ਉੱਥੇ ਮੈਂ, ਮੇਰੀ ਵਾਈਫ, ਅਸੀਂ ਖਾਣਾ ਖਾਣ ਆਏ ਹਾਂ। ਖਾਣਾ ਅਸੀਂ ਖਾ ਲਿਆ, ਬਹੁਤ ਮਜ਼ੇ ਦਾ ਖਾਣਾ ਸੀ, ਬਹੁਤ ਅੱਛਾ ਸੀ। ਤੇ ਇਹ 7 ਸਾਲ ਪਹਿਲੇ ਰੈਸਟੋਰੈਂਟ ਖੋਲ੍ਹਿਆ ਕੋਵਿਡ ਦੇ ਦੌਰਾਨ ਨਾ, ਤੇ ਉਦੋਂ ਮੈਂ ਅਕਸਰ ਸੋਚਦਾ ਸਾਂ ਕਿ ਮੈਂ ਆਉਣਾ ਵਾਂ। ਬਹੁਤ ਦੋਸਤਾਂ ਨੇ ਰਿਕਮੈਂਡ ਕੀਤਾ ਨਾ, ਤੁਸੀਂ ਅਗਰ ਤੋਯਾਮਾ ਆਓ ਔਰ ਸਹੀ ਜੈਨੂਅਨ ਪਾਕਿਸਤਾਨੀ ਖਾਣਾ ਖਾਣਾ ਚਾਹੁੰਦੇ ਹੋ, ਔਰ ਮੈਂ ਦੱਸ ਦਿਆਂ ਕਿ ਕੋਈ पेड रिव्यू नहीं है, इन्होंने कोई पे नहीं किया मैनू, बिल्कुल आप सच बात करिए। हाँ, बिल्कुल जी। तो इसलिए ख़ास तौर पे रेस्टोरेंट पे मैं पेड रिव्यू नहीं करता। मुझे खाना अच्छा लगेगा तो मैं कोई, यानी कि मेरे वजह से अगर कोई मेरा वीडियो देखे या इस तरह आएगा, मुझे बड़ी खुशी होगी। अपने पाकिस्तानी भाई हैं, पुराने हैं, 25 साल से इधर हैं। 25 साल से इधर हैं। मिसबा भाई ये तोयामा की शान है, इनको लोग बहुत जानते हैं। अभी भी आपको एक भाई ने फ़ोन किया है, आपको नहीं था पता कि मैं आ रहा हूँ? जी जी जी, मुझे नहीं पता था। हाँ, ਤੇ ਮੈਂ ਆਇਆ ਹਾਂ ਇੱਥੇ, ਤੇ ਇੱਥੇ ਖਾਣਾ ਛਾਣਾ ਖਾਧਾ, ਹੁਣ ਤੇ ਉਹਨਾਂ ਨੇ ਗੱਪਸ਼ਪ ਲਾਈ ਹੈ। ਤੇ ਵਾਈਫ ਨੂੰ ਵੀ ਪੁੱਛਨੇ ਆ, ਤੋ ਹਾਊ ਵਾਸ ਦ ਫੂਡ? ਓਇਸ਼ੀ ਖਾਤਾ। ਉਹ ਕਹਿੰਦੀ ਬਹੁਤ ਮਜ਼ੇਦਾਰ। ਇਹਨੇ ਬਿਰਿਆਨੀ ਖਾਧੀ ਹੈ, ਤੇ ਬਾਕੀ ਪਹਿਲੇ ਮੈਂ ਵੀਡੀਓ ਲਾ ਦਿੱਤੀ ਸੀ ਕਿ ਅਸੀਂ ਮਟਨ, ਤੇ ਪਤਾ ਨਹੀਂ ਇਹਨਾਂ ਨੇ आपे ही पता नहीं डिशा खवाती हैं जी। मिसबा भाई जी, सबसे बड़ी बात ये कि मैं तो शोएब भाई को देखता रहता था, तो अभी दोस्त का मुझे फ़ोन आया था, उन्होंने बताया कि भाई एक दोस्त मेरे आ रहे हैं शोएब भाई। तो मुझे बाई नेम मैं इनको नहीं जानता था, मगर मैंने उसको बोला यार ओसाका से बंदा आ रहा है, तो ये शोएब भाई वो तो नहीं जिनका यूट्यूब चैनल है? कहता है जी जी उनका है। मैंने कहा मैं तो रोज़ाना इनकी वीडियो देखता रहता हूँ, बहुत मेहनती और बहुत ही ज़बरदस्त आदमी है, बड़ी अच्छी इनकी वीडियो होती है।
तो ये हमारे लिए बड़ी खुशी की बात है, शोएब भाई ने हमारा रेस्टोरेंट का विजिट किया है। बहुत शुक्रिया सर अल्हम्दुलिल्लाह आपका। सर। सीनियर लोगों की मैं बहुत ज़्यादा रिस्पेक्ट करता हूँ। जी सर, बहुत शुक्रिया। मैं अक्सर बोलता हूँ ये अपनी वीडियो में कि जो सीनियर लोग हैं वो मेरे मतलब बड़ों की जगह पे हैं। जी सर, मतलब बहुत शुक्रिया सर। इस वजह से मैं कभी ऐसा पैगाम, कुछ लोगों को गलतफहमी होती है कि ना वो एक आधे बंदे को बोलना, वो सबको बोलना नहीं जी होता। जी 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 जी, ऐसे ही वो बिल्कुल। एक निशानदेही की जाती है कि जो लोग इस तरह के जी हैं, जी रिक्वेस्ट की जाती है। जी जी ठीक है, तो मैं सबको ये कहता हूँ कि सीनियर लोग जो एक जुमला बोलते हैं लोग हमेशा ना, पाकिस्तानियाँ मदद नहीं करते। तो मेरा एक सवाल यही होता है कि पाकिस्तानी के अलावा और मदद फिर करता कौन है? करता कौन है? पाकिस्तानी ही करता है। जी इंशाल्लाह बिल्कुल। ਇਹ ਬਕਾਇਦਾ ਅਖਬਾਰਾਂ 'ਚ ਨਿਊਜ਼ਪੇਪਰ ਜਾਂਦੇ ਨੇ, ਇਹ ਬੜੇ ਮਸ਼ਹੂਰ ਪਾਕਿਸਤਾਨੀ ਨੇ ਇਸ ਏਰੀਏ ਦੇ ਵਿੱਚ, ਔਰ ਇਹ ਬਕਾਇਦਾ ਸਪੀਚ ਵੀ ਕਰਦੇ ਰਹੇ ਨੇ ਸਕੂਲਾਂ 'ਚ ਜਾ ਕੇ, ਯੂਨੀਵਰਸਿਟੀ 'ਚ ਜਾ ਕੇ ਨਾ। ਔਰ ਬਾਕੀ ਕੋਈ ਵੀਡੀਓ ਹੋਏਗੀ ਤਾਂ ਉਹਦਾ ਮੈਂ ਲਿੰਕ ਵੀ ਤੁਹਾਨੂੰ ਸ਼ੇਅਰ ਕਰਾਂਗਾ ਕਿ ਇਹ ਇੱਕ ਬਹੁਤ ਪਾਕਿਸਤਾਨ ਦਾ ਇੱਕ ਬਹੁਤ ਮਸਬਤ ਚਿਹਰਾ ਨੇ। ਔਰ ਮੇਰੀ ਵਾਈਫ ਨੇ ਇਹਨਾਂ ਨਾਲ ਗੱਪਸ਼ਪ ਲਾਈ ਹੈ, ਔਰ ਵਾਈਫ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ। ये मेरी जवानी की तस्वीर है। ਹਾਂ, ਇਹ ਇਹਨਾਂ ਦੀ ਜਵਾਨੀ ਦੀ ਫੋਟੋ ਵੀ ਲੱਗੀ ਇਹ, ਤੇ ਪੂਰੀ ਸਟੋਰੀ ਹੈ ਨਾ ਇਹਨਾਂ ਦੀ। ਮੈਂ ਹੁਣ ਮੇਰੇ ਕੋਲ ਟਾਈਮ ਮਾਜ਼ਰ ਦੇ ਨਾਲ ਥੋੜਾ कोई ਨਹੀਂ, ਤੇ मसला ਮੈਂ नहीं इंशाल्लाह। ਕਿਸੇ ਦਿਨ ਦੁਬਾਰਾ ਆਇਆ फिर आए आप, मैं आऊंगा ओसाका ਤੁਹਾਡੀ इंशाल्लाह। ਪੂਰੀ ਸਟੋਰੀ ਜਿਹੜੀ, ਹਾਂ, जी, ਮੋਸਟ इंशाल्लाह, ਵੈਲਕਮ। बहुत शुक्रिया सर। ਠੀਕ ਹੈ, ਤੁਹਾਡੀ ਪੂਰੀ शुक्रिया। ਸਟੋਰੀ ਫਿਰ ਸ਼ੇਅਰ ਕਰਾਂਗੇ ਕਿਸੇ ਦਿਨ। इंशाल्लाह इंशाल्लाह, बहुत खुशी है आपकी हुई। ਚਲਿਏ ਬੇਗਮ ਜੀ, ਚਲਿਏ। जी ਹਾਂ ਚਲਿਏ। ਇੱਕ ਮਸ਼ੋ ਅਸੀਂ ਇੱਥੇ ਖਾਣਾ ਖਾ ਲਿਆ, ਹੁਣ ਬਾਹਰ ਨਿਕਲ ਕੇ ਵੀਡੀਓ ਬਣਾ ਰਹੇ ਹਾਂ। ठीक है ना, भाई, अल्लाह हाफिज़। बहुत शुक्रिया सर, खाना बहुत मज़ेदार सी। बहुत शुक्रिया सर, फिर इंशाल्लाह मौका दीजिएगा खिदमत का। खुश रहो अभी तो नंबर भी आ गया को मैंने मेशी दे दी। इंशाल्लाह, जज़ाकल्लाह, फोन करिए। खुदा हाफिज़। अरिगातो गोज़ाइमास। ਇਹ ਵੇਖੋ ਕਿੰਨਾ ਪਿਆਰਾ ਰੈਸਟੋਰੈਂਟ ਹੈ ਵਿੱਚ। ਉਹ ਕੀ ਨੇ? ਹੀਰੋਈ ਨੇ। ਪਾਰਕਿੰਗ ਵੀ ਇੱਥੇ ਹੈ। ਹਾਂ, ਓਪਰਾ ਵੀ ਪਾਰਕਿੰਗ ਹੈ। ਤੁਸੀਂ ਤੋਯਾਮਾ ਇਸ ਸਿਟੀ ਚ ਆਓ ਤੇ ਇੱਥੇ ਆ ਕੇ ਲਾਜ਼ਮੀ ਖਾਣਾ ਟਰਾਈ ਕਰੋ, ਬਹੁਤ ਅੱਛਾ ਲੱਗੇਗਾ ਤੁਹਾਨੂੰ। ਇਸ ਵਕਤ ਅਸੀਂ ਹਾਂ ਤੋਯਾਮਾ ਕੈਨ, ਜਾਪਾਨ ਦਾ ਇੱਕ ਸਿਟੀ ਹੈ ਤੋਯਾਮਾ। ਇੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ। ਵੇਖੋ ਹਲੇ ਵੀ ਪਹਾੜਾਂ ਤੇ ਬਰਫ਼ ਪਈ ਹੈ। ਮਈ ਸਟਾਰਟ ਹੋਣ ਵਾਲਾ ਹੈ, ਅਪ੍ਰੈਲ ਖਤਮ ਹੋ ਗਿਆ ਹੈ, ਹਲੇ ਵੀ ਇੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ, ਬਰਫ਼ਾਂ ਪਈਆਂ ਹੋਈਆਂ। ਇਸ ਵਕਤ ਅਸੀਂ ਬੜੇ ਖੂਬਸੂਰਤ ਤੋਯਾਮਾ ਦੇ ਪਿੰਡ 'ਚੋਂ ਗੁਜ਼ਰ ਰਹੇ ਹਾਂ। ਬਹੁਤ ਹੀ ਮਜ਼ਾ ਆ ਰਿਹਾ ਹੈ। ਰੀਅਲ ਦੇ ਵਿੱਚ ਇੰਝ ਲੱਗ ਰਿਹਾ ਜਿਵੇਂ ਨਾ ਕੋਈ ਐਵੇਂ ਕੋਈ ਗੇਮ ਹੁੰਦੀ ਹੈ, ਕੋਈ ਜਿਵੇਂ ਕੋਈ ਅਲੱਗ ਹੀ ਦੁਨੀਆ ਹੈ। ਥੱਲੋਂ ਥੱਲੋਂ ਜਾਣ ਦਾ ਇਹ ਫਾਇਦਾ ਹੁੰਦਾ ਕਿ ਇਸ ਤਰ੍ਹਾਂ ਦੇ ਨਜ਼ਾਰੇ ਨਜ਼ਰ ਆਉਂਦੇ ਰਹਿੰਦੇ ਨੇ। ਗਲੀਆਂ ਦੇ ਵਿੱਚੋਂ ਗਲੀਆਂ ਮੁਹੱਲਿਆਂ ਦੇ ਵਿੱਚੋਂ ਮੁਖਤਲਿਫ ਕਿਸਮ ਦੇ ਪਿੰਡ ਆਉਂਦੇ ਨੇ, ਪਿੰਡਾਂ ਵਿੱਚੋਂ ਨਿਕਲਦਾ ਬੰਦਾ। ਨਵੀਆਂ ਨਵੀਆਂ ਜਗ੍ਹਾ ਵੇਖਣ ਨੂੰ ਮਿਲਦੀਆਂ ਨੇ, ਨਵੀਆਂ ਨਵੀਆਂ ਦੁਕਾਨਾਂ, ਨਵੇਂ ਨਵੇਂ ਬ੍ਰਾਂਡ, ਨਵੇਂ ਨਵੇਂ ਸਟੋਰ। ਇੱਥੇ ਹੁਣ ਅਸੀਂ ਇੱਕ ਪਾਰਕਿੰਗ ਦੀ ਲੋਕੇਸ਼ਨ ਲਾਈ ਹੈ। ਰੋਡ ਸਾਈਡ ਪਾਰਕਿੰਗ ਹੁੰਦੀ ਹੈ ਜਿਹੜੀ ਗਵਰਨਮੈਂਟ ਨੇ ਬਣਾਈ ਹੁੰਦੀ ਹੈ ਨਾ, ਮੇਨ ਰੋਡਸ ਦੇ ਉੱਤੇ, ਜਿੱਥੇ ਬਾਥਰੂਮ ਵਗੈਰਾ ਹੁੰਦੇ ਨੇ, ਆਪਣਾ ਹੋਰ ਦੁਕਾਨਾਂ ਸ਼ਕਾਨਾਂ ਹੁੰਦੀਆਂ ਨੇ, ਤੁਸੀਂ ਉੱਥੇ ਰੈਸਟ ਕਰ ਸਕਦੇ ਹੋ, ਗੱਡੀ ਫ੍ਰੀ ਖੜੀ ਕਰ ਸਕਦੇ ਹੋ ਉੱਥੇ। ਹੁਣ ਅਸੀਂ ਉਸ ਪਾਰਕਿੰਗ ਤੇ ਜਾ ਰਹੇ ਹਾਂ ਤੇ ਥੋੜੀ ਜਿਹੀ ਬ੍ਰੇਕ ਕਰਾਂਗੇ, ਕੁਝ ਜੂਸ ਸ਼ੂਸ ਪੀਵਾਂਗੇ ਤੇ ਫਿਰ ਆਪਣਾ ਸਫ਼ਰ ਜਾਰੀ ਰੱਖਾਂਗੇ। ਐਸੀ ਇੱਕ ਪਾਰਕਿੰਗ ਤੇ ਪਹੁੰਚ ਗਏ ਆ। ਇਹ ਵੇਖ ਰਹੇ ਹੋ ਇੱਥੇ ਲੋਕ ਕੈਂਪਿੰਗ ਕਰਨ ਆਉਂਦੇ ਨੇ, ਕਿੰਨੀ ਖੂਬਸੂਰਤ ਗੱਡੀ ਹੈ। ਫਿਰ ਟੋਰਾਂ ਨੇ ਲੋਕ ਇੱਥੇ ਗੱਡੀ ਖੜੀ ਕਰਕੇ ਤੇ ਰੈਸਟ ਕਰ ਸਕਦੇ ਨੇ। ਪਿੱਛੇ ਸਮੁੰਦਰ ਹੈ ਔਰ ਬੜੀ ਠੰਡੀ ਠੰਡੀ ਹਵਾ ਚੱਲ ਰਹੀ ਹੈ, ਬੜਾ ਜ਼ਬਰਦਸਤ ਮੌਸਮ ਹੈ। ਉਹ ਪਿੱਛੇ ਸਮੁੰਦਰ ਹੈ, ਨਾਲ ਟ੍ਰੇਨ ਦੀ ਪਟਰੀ ਗੁਜ਼ਰ ਰਹੀ ਹੈ ਸਮੁੰਦਰ ਦੇ ਨਾਲ ਨਾਲ ਨਾ। ਮੇਰਾ ਦਿਲ ਹੈ ਕਦੀ ਮੈਂ ਨਾ ਇੱਥੇ ਸਫ਼ਰ ਵੀ ਕਰਾਂ। ਇਹ ਵੇਖੋ ਦਿਨ ਸ਼ਾਮੀ ਤੇ ਮਿਤਾਈ ਨੇ। ਹੁਣ ਪਤਾ ਨਹੀਂ ਕਦੋਂ ਇੱਥੇ ਟ੍ਰੇਨ ਆਣੀ ਹੈ। ਇੱਥੇ ਲੋਕ ਘੱਟ ਸਫ਼ਰ ਕਰਦੇ ਨੇ ਨਾ, ਤਾਂ ਵਾਸਤੇ ਟ੍ਰੇਨਾਂ ਬਹੁਤ ਘੱਟ ਗੁਜ਼ਰਦੀਆਂ ਨੇ। ਇਸ ਵਕਤ ਧੁੰਦ ਏ ਤੇ ਗੱਡੀ ਲਾਕ ਹੀ ਨਹੀਂ ਕੀਤੀ। ਇੱਕ ਮਿੰਟ, ਗੱਡੀ ਲਾਕ ਕਰ ਰਹੀ ਹੈ। ਹੋ ਗਈ ਲਾਕ, ਓਕੇ। ਟ੍ਰੇਨ ਗੁਜ਼ਰਨਾ ਤੇ ਮਜ਼ਾ ਤਾਂ ਹੈ। ਤੁਸੀਂ ਕਦੀ ਇੰਟਰਨੈਟ ਤੇ ਵੇਖਿਆ ਹੋਣਾ ਹੈ ਨਾ, ਜਾਪਾਨ ਦੀ ਕੋਈ ਟ੍ਰੇਨ ਗੁਜ਼ਰ ਰਹੀ ਹੈ ਔਰ ਸਾਈਡ ਤੇ ਸਮੁੰਦਰ ਹੈ, ਉਹ ਇਹ ਹੀ ਇਲਾਕਾ ਹੈ। ਇੱਥੋਂ ਇਹ ਟ੍ਰੇਨ ਬੜੀ ਕਿੰਨੇ ਕਿਲੋਮੀਟਰ ਜਿਹੜੀ ਨਾ ਇਸ ਤਰ੍ਹਾਂ ਸਮੁੰਦਰ ਦੇ ਨਾਲ ਹੀ ਗੁਜ਼ਰਦੀ ਹੈ। ਇੰਸ਼ਾਗਾ ਥੋਰੂ ਤੋਂ ਕਮੀਤਾਈ ਨੇ ਆਏ ਹਾਏ ਕਿ ਗਿਰੇ ਨੇ ਵਿੱਚ। ਮੌਸਮ ਵੀ ਬਹੁਤ ਅੱਛਾ ਹੈ, ਮਿੱਚਾ ਗਿਰੇ ਨੇ। だってここマップで見たらさ、島みたいなとこ行くじゃん。 ਉਹ 島っていうか、端っこのとこに。 ਇੱਥੋਂ ਇੰਤਜ਼ਾਰ ਕਰਨੇ ਆ ਸ਼ਾਇਦ ਟ੍ਰੇਨ ਆ ਜਾਏ। ਤੇ ਇਹ ਜਿਹੜੇ ਸਟਾਪ ਨੇ ਨਾ ਜਿੱਥੇ ਅਸੀਂ ਰੁਕੇ ਆ, ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਨੇ ਰੋਡ ਸਾਈਡ ਸਟੇਸ਼ਨ। ਪੂਰੀ ਦੁਨੀਆ ਦੇ ਵਿੱਚ ਹੁੰਦੇ ਨੇ ਅੱਛੇ ਮੁਲਕਾਂ ਦੇ ਵਿੱਚ ਨਾ।
ਤੇ ਯਾਨੀ ਕਿ ਹਾਈਵੇ ਦੀ ਗੱਲ ਨਹੀਂ ਕਰਿਆ, ਹਾਈਵੇ ਤੇ ਜਿਹੜਾ ਕਿਆਮੋ ਤੇ ਆਮ ਹੁੰਦਾ ਹੈ ਮੋਟਰਵੇ ਤੇ, ਉਹ ਤੇ ਅਲੱਗ ਸਟਾਪ ਹੁੰਦੇ ਨੇ ਨਾ। ਜੈਪਨੀਜ਼ ਦੇ ਵਿੱਚ ਇਸ ਜਗ੍ਹਾ ਨੂੰ ਕਹਿੰਦੇ ਨੇ ਮਿਚੀ ਨੋ ਏਕੀ। ਮਿਚੀ ਨੋ ਏਕੀ ਮਤਲਬ ਹੈ ਕਿ ਆਮ ਰੋਡ ਦੇ ਅੰਦਰ ਜਿਹੜਾ ਸਟੇਸ਼ਨ ਹੈ ਜਿੱਥੇ ਲੋਕ ਸਟਾਪ ਕਰਦੇ ਨੇ। ਪਹਾੜਾਂ ਦੇ ਵਿੱਚ ਨਾ ਜਦੋਂ ਆਬੋ ਹਵਾ ਸਾਫ਼ ਹੁੰਦੀ ਤੇ ਕਿੰਨਾ ਕਲੀਅਰ ਅਸਮਾਨ ਹੁੰਦਾ। ਉਹ ਵੇਖੋ ਚੰਨ ਵੀ ਨਜ਼ਰ ਆ ਰਿਹਾ ਹੈ। ਓਏ ਹੋਏ ਹੋਏ ਹੋਏ, ਕਿੰਨਾ ਕਲੀਅਰ ਹੈ ਯਾਰ, ਕਿੰਨਾ ਵੈਦਰ ਕਲੀਅਰ ਹੈ, ਚਾਂਦ ਵੀ ਨਜ਼ਰ ਆ ਰਿਹਾ, ਜ਼ਬਰਦਸਤ। ਮੇਰਾ ਖਿਆਲ ਹੈ ਇੱਥੇ ਬਹੁਤ ਜ਼ਿਆਦਾ ਠੰਡ ਹੋ ਜਾਏ ਜਾਂ ਬਰਫ਼ਬਾਰੀ ਹੋ ਜਾਏ ਨਾ, ਤੇ ਇਹਨਾਂ ਨੇ ਇਹ ਵੇਖੋ, ਇਹ ਫ੍ਰੀ ਨਿਜ਼ਾਮ ਹੈ, ਇੱਥੇ ਕੋਈ ਵੀ ਬੰਦਾ ਬਹਿ ਸਕਦਾ ਹੈ। ਇਹ ਵੇਖੋ ਕੈਮਰੇ ਲੱਗੇ ਨੇ ਚਾਰੋਂ ਸਾਈਡਾਂ ਤੋਂ, ਪਤਾ ਲੱਗਦਾ ਰਹਿੰਦਾ ਹੈ। ਔਰ ਇਹ ਪੂਰਾ ਇਲਾਕੇ ਦਾ ਨਕਸ਼ਾ ਹੈ, ਕਿਉਂਕਿ ਇੱਥੇ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ। ਅੱਛਾ, ਇਹ ਸਿਟੀ ਇੱਕ ਨਾ ਇੰਜ ਕਰਕੇ ਨਾ ਸਮੁੰਦਰ ਦੇ ਅੰਦਰ ਤੱਕ ਚਲਾ ਜਾਂਦਾ ਹੈ। ਇੱਥੇ ਸੁਨਾਮੀ ਦਾ ਵੀ ਖਤਰਾ ਰਹਿੰਦਾ, ਬਹੁਤ ਜ਼ਲਜ਼ਲੇ ਆਉਂਦੇ ਨੇ ਨਾ, ਤੇ ਸੁਨਾਮੀ ਹੁੰਦੀ ਹੈ ਜਿਹੜੀ ਸਮੁੰਦਰ ਦੀ ਲਹਿਰ ਇੱਕ ਬਹੁਤ ਉੱਚੀ ਹੋ ਕੇ ਤੇ ਇੰਜ ਆ ਕੇ ਨਾ ਪੂਰਾ ਸਫਾਇਆ ਫੇਰ ਜਾਂਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ, ਖੁਦਾ ਨਾ ਖਾਸਤਾ ਅਗਰ ਇੱਥੇ ਸੁਨਾਮੀ ਆਵੇ ਇਸ ਜਗ੍ਹਾ ਤੇ ਇੰਜ ਪੂਰੀ ਲਹਿਰ ਜਿਹੜੀ ਇੱਥੋਂ ਪੂਰਾ ਜਿਹੜਾ ਕਿ ਸ਼ਹਿਰ ਉਡਾ ਕੇ ਤੇ ਦੂਜੇ ਪਾਸਿਓਂ ਨਿਕਲ ਜਾਏਗੀ। ਇਸ ਵਜ੍ਹਾ ਤੋਂ ਸੁਨਾਮੀ ਜਿਹੜੀ ਉਹ ਜ਼ਲਜ਼ਲੇ ਤੋਂ ਵੀ ਜ਼ਿਆਦਾ ਖਤਰਨਾਕ ਹੁੰਦੀ ਹੈ। ਅੱਲਾ ਬਚਾਵੇ ਇਸ ਅਜ਼ਾਬ ਤੋਂ। ਇਹ ਸਾਡੇ ਟੈਕਸ ਦਾ ਪੈਸਾ ਹੈ। ਫਾਰਨਰ ਨੂੰ ਤੇ ਅੱਜ ਕੱਲ੍ਹ ਇਹਨਾਂ ਨੇ ਬਾਂਹ ਦਿੱਤੀ ਹੈ। ਫਾਰਨਰਸ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ ਜਾਪਾਨ ਦੇ ਵਿੱਚ। ਉਹਨਾਂ ਕੋਲੋਂ ਬਹੁਤ ਜ਼ਿਆਦਾ ਧੱਕੇ ਨਾਲ ਟੈਕਸ ਲੈਂਦੇ ਨੇ, ਕਹਿੰਦੇ ਨੇ ਕਿ ਟੈਕਸ ਨਾ ਦਿੱਤਾ ਤੇ ਤੁਹਾਡਾ ਵੀਜ਼ਾ ਰੀਨਿਊ ਨਹੀਂ ਹੋਏਗਾ। ਬਹੁਤ ਫਾਰਨਰ ਵਿਚਾਰੇ ਡਰੇ ਨੇ, ਪਿਸਦੇ ਨੇ। ਜਾਪਾਨੀ ਨੇ ਇਹ ਤਾਂ ਸਿੱਧੇ ਹੋ ਜਾਂਦੇ ਨੇ ਕਿ ਭਾਈ ਸਾਡੇ ਕੋਲ ਹੈ ਹੀ ਨਹੀਂ, ਲੇਕਿਨ ਸਾਨੂੰ ਮਜਬੂਰਨ ਦੇਣਾ ਪੈਂਦਾ। ਅੱਛਾ, ਇੱਥੇ ਵੇਖ ਲਓ, ਤੈਨੂੰ ਫੋਨ ਵੀ ਲਾਏ ਆ ਇਹਨਾਂ ਨੇ, ਔਰ ਇਹ ਫੋਨ ਅੱਜ ਵੀ ਚੱਲਦਾ। ਇਹ ਲਿਖਿਆ ਨਾ ਅਵੇਲੇਬਲ, ਮਤਲਬ ਇਹ ਅੱਜ ਵੀ ਚੱਲਦਾ ਹੈ। ਇੱਥੇ 100 ਰੁਪਏ ਦਾ 100 ਯੈਨ ਦਾ ਯਾਨੀ ਕਿ ਤੁਸੀਂ ਸਿੱਕਾ ਪਾਓ ਔਰ ਨੰਬਰ ਮਿਲਾਓ, ਜਿਹਨੂੰ ਮਰਜ਼ੀ ਫ਼ੋਨ ਕਰੋ। ਔਰ ਇੱਕ ਬੜੀ ਇੰਟਰਸਟਿੰਗ ਚੀਜ਼ ਹੈ ਕਿ ਇਹ ਵੇਖੋ, ਪੁਲਿਸ ਦਾ ਨੰਬਰ ਹੁੰਦਾ 110 ਤੇ ਐਂਬੂਲੈਂਸ ਦਾ ਜਾਂ ਐਮਰਜੈਂਸੀ ਦਾ ਨੰਬਰ ਹੁੰਦਾ 119। ਤੇ ਤੁਸੀਂ ਇੱਥੇ 100 ਰੁਪਏ ਦੇ ਵਿੱਚ ਫ਼ੋਨ ਮਿਲਾ ਸਕਦੇ ਹੋ ਕਿਸੇ ਨੂੰ ਵੀ ਪੂਰੇ ਜਾਪਾਨ ਦੇ ਵਿੱਚ ਹੈਲਪ ਵਾਸਤੇ। ਇਹ ਜਾਪਾਨ ਦਾ ਹੁਸਨ ਹੈ, ਵੈਂਡਿੰਗ ਮਸ਼ੀਨਾਂ ਤੇ ਆਲਮੋਸਟ तमाम ਫੇਮਸ ਡਰਿੰਕਸ ਇੱਥੇ ਮੌਜੂਦ ਨੇ। ਬਹੁਤ ਮਜ਼ਾ ਆ ਰਿਹਾ ਯਾਰ ਦੋਸਤੋ, ਬੜਾ ਨਾ ਪਿਆਰਾ ਮੌਸਮ ਹੈ। ਮੈਨੂੰ ਉਮੀਦ ਨਹੀਂ ਸੀ ਇਹ ਗੱਡੀ, ਅੱਲਾ ਖੈਰ ਕਰੇ। ਇਹ ਦੋਵੇਂ ਮੇਰੀਆਂ ਸ਼ਹਜ਼ਾਦੀਆਂ ਨੇ, ਇੱਕ ਹੈ ਸ਼ਹਜ਼ਾਦੀ, ਇੱਕ ਹੈ ਸ਼ਹਜ਼ਾਦੀ। ਉਹ ਖਲੋ ਜਾ, ਸ਼ਹਜ਼ਾਦੀ ਖੋਲਣ ਤੇ ਦੇ। ਇਹ ਚਲੋ ਖੁੱਲ ਗਈ। ਦੋਵੇਂ ਮੈਂ ਕਹਿ ਰਿਹਾ ਮੇਰੀਆਂ ਸ਼ਹਜ਼ਾਦੀਆਂ ਨੇ। ਇਹਨੇ ਵੀ ਬੜਾ ਸਾਥ ਦਿੱਤਾ ਮੇਰਾ। ਹੁਣ ਅਸੀਂ 1000 ਕਿਲੋਮੀਟਰ ਜਾਣਾ ਹੈ, 1000 ਕਿਲੋਮੀਟਰ, ਤਕਰੀਬਨ 400 ਕਿਲੋਮੀਟਰ ਹੋ ਗਿਆ, ਪਿੱਛੇ 100 ਕਿਲੋਮੀਟਰ ਰਹਿ ਗਿਆ। ਉੱਥੇ ਸਾਡਾ ਹੋਟਲ ਆ ਜਾਏਗਾ। ਉੱਥੇ ਰਾਤ ਗੁਜ਼ਾਰਨ ਤੋਂ ਬਾਅਦ ਅਗਲਾ 500 ਸੁਬਾਹ ਕਰਾਂਗੇ। ਚੱਲਨੇ ਆ ਅਗਲੇ ਸਟਾਪ ਤੇ। ਇੱਥੇ ਇੱਕ ਫਿਰ ਸਟਾਪ ਆਇਆ, ਉੱਥੇ ਅਸੀਂ ਰੁਕੇ ਹਾਂ। ਇੱਥੇ ਵੀ ਵੇਖ ਲਓ ਟੈਲੀਫੋਨ ਲੱਗੇ ਆ। ਮੇਨ ਜਗ੍ਹਾ ਹੈ ਵੇਖਣ ਵਾਲੀ ਨਾ, ਇਹ ਇਹਨਾਂ ਨੇ ਬਣਾਇਆ। ਕਿਆ ਬਾਤ ਹੈ, ਖੂਬਸੂਰਤ। सूरज बस गरूब होने वाला है और घंटे डेढ़ तक ना। खूबसूरत यार, खूबसूरत, बहुत आला, जबरदस्त। किधर गया रेड बुल? रेड बुल लभ गया एक, मैनू लभदा ही नहीं सी पिया। विटामिन ये की है? अच्छा, जो बंदा थकदा है ना ते विटामिन भी पी सकता है। थोड़ा जिहा ਅਸੀਂ ਅੱਗੇ ਆਏ ਹਾਂ, ਉੱਥੇ ਨਹੀਂ ਸੀ ਰੈਡ ਬੁਲ ਮਿਲਿਆ, ਤੇ 7-11 ਹੈ। ਤੇ 7-11 ਤੋਂ ਇਹ ਦੋਨੋਂ ਚੀਜ਼ਾਂ ਸਾਨੂੰ ਮਿਲ ਗਈਆਂ। ਦੋ ਚਲੋ ਜੀ, ਆਪਣੀ એનર્ਜੀ ਦਾ ਬੰਦੋਬਸਤ ਹੋ ਗਿਆ ਫਿਲਹਾਲ। ਬਿਸਮਿਲ੍ਲਾ। ਸਪਲੀਮੈਂਟ ਖਾਂਦੀ ਹੈ ਕੋਈ ਵਿਟਾਮਿਨ ਪਤਾ ਨਹੀਂ ਕਿਹੜੇ ਨਾ, ਤੇ ਉਹ ਭੁੱਲ ਗਈ ਲੈ ਕੇ ਆਣਾ, ਤੇ ਉਹਨੇ ਆਪਣੇ ਵਿਟਾਮਿਨ ਜ਼ਾਇਆ ਨਹੀਂ ਹੋਣ ਦਿੱਤੇ। ਉਹਨੇ ਇੱਥੋਂ 7-11 ਤੋਂ ਖਰੀਦਿਆ। ਉਹ ਸੀ ਮੈਨੂੰ ਵੀ ਫੜਾ ਵਾ ਤੈਨੂੰ ਦੇ ਮੀਰੂ। ਇਹ ਜਿਵੇਂ ਕਸਮੀ ਖਾਂਸੀ ਵਾਲਾ ਸਿਰਪ ਨਹੀਂ ਹੁੰਦਾ, ਕਫ ਸਿਰਪ ਮੀਤਾ ਹੀ ਹੈ। ਓਏ ਹੋਏ ਹੋਏ, ਸੁਗੋਈ ਨੇ। ਦੋਸਤੋ ਕਮਾਲ, ਖੂਬਸੂਰਤ ਸਨਸੈਟ। ਇਹ ਰਸਤੇ 'ਚ ਨਜ਼ਾਰਾ ਮਿਲਿਆ, ਕੁਦਰਤੀ ਨਜ਼ਾਰਾ ਖਿੜਕੀ ਦੇ ਵਿੱਚੋਂ ਹੈ। ਸਨਸੈਟ ਹੋਣ ਲੱਗਾ। ਅੱਜ ਦਾ ਦਿਨ ਜਿਹੜਾ ਉਹ ਇਖਤਤਾਮ ਤੇ ਪਹੁੰਚਿਆ। ਬੇਗਮ ਮੇਰੀ ਨੂੰ ਮੂਮਨ ਤਸਵੀਰਾਂ ਲੈਣੀਆਂ ਅੱਛਾ ਨਹੀਂ ਲੱਗਦੀਆਂ, ਲੇਕਿਨ ਇਹ なんか赤くなるじゃん。
ਕੋਲੇ ਦੇ ਕੋਲੇ あ、そうそう。 ਅਸੀਂ ਆਪਣੇ ਰੂਮ ਦੇ ਵਿੱਚ ਆ ਗਏ ਹਾਂ ਤੇ ਇਸ ਸ਼ਹਿਰ ਦੇ ਵਿੱਚ ਇੱਕ ਪਾਕਿਸਤਾਨੀ ਅੰਕਲ ਰਹਿੰਦੇ ਨੇ। ਉਹਨਾਂ ਨੇ ਇੰਨੀ ਜ਼ਿੱਦ ਲਾਈ ਹੈ ਕਿ ਪੁੱਤਰ ਮੈਂ ਤੈਨੂੰ ਨਾ 5 ਮਿੰਟ ਮਿਲ ਕੇ ਚਲਾ ਜਾਵਾਂਗਾ ਤੇ ਤੂੰ ਮੇਰੇ ਵਾਸਤੇ ਟਾਈਮ ਕੱਢਣਾ ਹੈ। ਮੈਂ ਕਿਉਂਕਿ ਮੈਂ ਕਿਹਾ ਕਿ ਯਾਰ ਅਸੀਂ ਥੱਕੇ ਹੋਵਾਂਗੇ ਤੇ ਅਸੀਂ ਅੱਛਾ ਤੁਹਾਨੂੰ ਟਾਈਮ ਨਹੀਂ ਦੇ ਪਾਵਾਂਗੇ, ਤੁਸੀਂ ਪਤਾ ਨਹੀਂ ਕਿੱਥੋਂ ਆਓਗੇ ਦੂਰੋਂ। ਤੇ ਲੇਕਿਨ ਇਹ ਕਿ ਉਹਨਾਂ ਨੇ ਬਹੁਤ ਜ਼ਿਆਦਾ ਇਸਰਾਰ ਕੀਤਾ ਹੈ। ਉਹ ਆਪਣੀ ਬੇਗਮ ਦੇ ਨਾਲ, ਆਪਣੀ ਇੱਕ ਉਹਨਾਂ ਦੀ ਬੇਟੀ ਸੀ ਉਹ, ਤੇ ਉਹ ਇੰਨਾ ਖਾਣਾ ਬਣਾ ਕੇ ਲਏ ਨੇ। ਇਹ ਵੇਖੋ ਕੀ ਲਿੱਤਾ, ਸਭ ਤੋਂ ਸਪੈਸ਼ਲ ਚੀਜ਼ ਹੈ ਅੱਜ ਤੱਕ ਮੈਂ ਕਦੀ ਜਾਪਾਨ ਚ ਖਾਧੀ ਨਹੀਂ। ਇਹ ਪਾਣੀ ਪੂਰੀ ਨਾ, ਗੋਲ ਗੱਪੇ ਤੇ ਇਹ ਪਤਾ ਇਹ ਪਰਾਠੇ ਜੀ ਇਹਦੇ ਵਿੱਚ ਬੜੇ ਮਤਲਬ ਹੈਵੀ ਪਰਾਠੇ ਘਰ ਦੇ। ਇਹ ਇਹਨਾਂ ਦਾ ਇੱਕ ਰੈਸਟੋਰੈਂਟ ਵੀ ਹੈ ਨਾ, ਤੇ ਯਾਨੀ ਕਿ ਫੁੱਲ ਕਿਸੇ ਪ੍ਰੋਫੈਸ਼ਨਲ ਬੰਦੇ ਨੇ ਇਹ ਖਾਣਾ ਬਣਾਇਆ ਹੈ। ਇਹ ਸ਼ਾਮੀ ਟਿੱਕੀਆਂ, ਇਹ ਵੀ ਕੋਈ ਨਿਜ਼ਾਮ ਹੈ, ਕੋਈ ਲੱਗਦਾ ਮਟਨ ਹੈ ਜਾਂ ਚਿਕਨ ਕੋਰਮੇ। ਤੇ ਹਲੇ ਇਹ 'ਚ ਥੱਲੇ ਵੀ ਇਹ ਵੇਖੋ ਇਹ ਕੋਈ ਖੀਰ ਹੈ। ਇਹ ਵੀ ਕੋਈ ਬੜੀ ਮਜ਼ੇ ਦੀ ਲੱਗ ਰਹੀ ਹੈ। ਤੇ ਇਹ ਤੇ ਹੁਣ ਮੈਂ ਸਭ ਤੋਂ ਪਹਿਲੇ ਤੇ ਮੈਂ ਗੋਲ ਗੱਪੇ ਖਾਵਾਂਗਾ, ਨਾਲ ਇਹ ਸਲਾਦ ਵੀ ਹੈ ਇਹ ਖਾਣੇ ਵਾਸਤੇ ਨਾ। ਤੇ ਇਹ ਅਸੀਂ ਸੁਬਾਹ ਖਾ ਲਾਂਗੇ, ਮਤਲਬ ਇੰਨਾ ਜ਼ਿਆਦਾ ਖਾਣਾ ਦੇ ਗਏ ਨੇ। ਇਹ ਗੋਲ ਗੱਪਿਆਂ ਦਾ ਪਾਣੀ ਹੈ, ਵੇਖੋ ਚੈੱਕ ਕਰੋ, ਗੋਲ ਗੱਪਿਆਂ ਦਾ ਪਾਣੀ ਚੈੱਕ ਕਰੋ, ਇਮਲੀ ਵੀ ਵਿੱਚ। ਕਿਆ ਬਾਤ ਹੈ। ਮੈਨੂੰ ਚਾਚਾ ਜੀ ਨੇ ਬੋਤਲ ਫੜਾਈ, ਇਹ ਬੜਾ ਫਨੀ ਸੀਨ ਹੋਇਆ। ਮੈਨੂੰ ਅੰਕਲ ਹੋਰਾਂ ਨੇ ਇਹ ਬੋਤਲ ਫੜਾਈ, ਕਹਿੰਦੇ ਨੇ ਇਹ ਫੜ ਸ਼ੁਏਬ। ਮੈਂ ਕਿਹਾ ਲੱਗਦਾ ਚਾਚਾ ਜੀ ਕਹਿ ਰਹੇ ਨੇ ਕਿ ਲਾਣੇ ਆ 2-2 ਪੈਕ। ਮੈਨੂੰ ਕੀ ਪਤਾ ਸੀ ਇਹ ਗੋਲ ਗੱਪਿਆਂ ਦਾ ਪਾਣੀ ਹੈ, ਮੈਂ ਡਰ ਗਿਆ। ਲੇਕਿਨ ਨਾਲ ਉਹਨਾਂ ਦੀ ਬੇਗਮ ਵੀ ਸੀ, ਨਾਲ ਉਹਨਾਂ ਦੀ ਬੇਟੀ ਵੀ ਸੀ, ਔਰ ਉਹ ਬਹੁਤ ਅੱਛੇ ਸਨ। ਬਸ ਅਸੀਂ ਫਿਰ ਇੱਕ ਰੈਸਟੋਰੈਂਟ 'ਤੇ ਗਏ, ਜ਼ਬਰਦਸਤੀ ਉਹ ਸਾਨੂੰ ਲੈ ਕੇ ਉੱਥੇ ਅਸੀਂ ਕੌਫੀ ਪੀਤੀ ਉਹਨਾਂ ਦੇ ਨਾਲ। ਕੁਝ ਜ਼ਿਆਦਾ ਉਹਨਾਂ ਨੇ ਸਾਡਾ ਟਾਈਮ ਨਹੀਂ ਲਿਆ। ਬਹੁਤ ਸ਼ੁਕਰੀਆ ਅੰਕਲ ਜੀ, ਤੁਹਾਡਾ ਬਹੁਤ ਸ਼ੁਕਰੀਆ, ਦਿਲੋਂ ਕਹਿ ਰਿਹਾ। ਤੁਸੀਂ ਸਪੈਸ਼ਲ ਮੇਰੇ ਵਾਸਤੇ ਇੰਨਾ ਟਾਈਮ ਕੱਢਿਆ, ਮਤਲਬ ਮੈਂ ਬਿਆਨ ਨਹੀਂ ਕਰ ਸਕਦਾ। ਬਹੁਤ ਅੱਛਾ ਲੱਗਾ। ਮੇਰੀ ਵਾਈਫ ਵੀ ਉਹ ਵੀ ਕਹਿ ਰਹੀ ਕਿ ਬਹੁਤ ਸ਼ੁਕਰੀਆ। ਤੇ ਤੁਹਾਡੀ ਬੇਗਮ ਦੇ ਨਾਲ ਤੇ ਤੁਹਾਡੀ ਬੇਟੀ ਦੇ ਨਾਲ ਮਿਲ ਕੇ ਮੇਰੀ ਵਾਈਫ ਨੂੰ ਬਹੁਤ ਅੱਛਾ ਲੱਗਿਆ। ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਤੇ ਮੈਂ ਬਾਬਾ ਜੀ ਹੁਣ ਗੋਲ ਗੱਪੇ ਖਾਵਾਂਗਾ। ਗੋਲ ਗੱਪੇ ਖਾ ਕੇ ਤੇ ਫਿਰ ਕੋਈ ਦੂਜੀ ਗੱਲ ਤੀਜੀ ਗੱਲ ਹੋਏਗੀ। ਫਟਾਫਟ ਸੌਣ ਦੀ ਕਰੀਏ, ਭੁੱਖ ਕੋਈ ਨਹੀਂ ਲੱਗੀ, ਲੇਕਿਨ ਗੋਲ ਗੱਪੇ ਹੁਣ ਛੱਡ ਨਹੀਂ ਸਕਦਾ ਮੈਂ। ਲੋ ਜੀ ਇਹ ਜੇ ਬਣਨ ਲੱਗਾ ਗੋਲ ਗੱਪਾ। ਤੁਸੀਂ ਤੇ ਖਾਂਦੇ ਰਹਿੰਦੇ ਹੋ ਜਿਹੜੇ ਪਾਕਿਸਤਾਨ ਰਹਿੰਦੇ ਨੇ, ਮੈਨੂੰ ਅਜੇ ਸਾਲ ਬਾਅਦ ਲੱਭਾ। ਤੇ ਇਹ ਜੇ ਪਾਣੀ ਪੂਰੀ ਤੇ ਇਹ ਤਿਆਰ ਹੈ ਕੰਮ। ਹੂੰ ਹੂੰ